Good morning, students. I am Renu Kamal, Science Mistress, Government Senior Secondary, Smart School, Lambapin District, Jalandhar. Today we will do the activity second and third of lesson 2 of class 6th, that is components of food. Name of the activity is to test the presence of proteins in any food item. ਭੋਜਨ ਪਦਾਰਥਾਂ ਵਿੱਚ ਪ੍ਰੋਟੀਨ ਦੀ ਪਰਖ ਕਰਨਾ। ਮਟੀਰੀਅਲ ਰਿਕੁਆਇਰਡ ਫॉर दिस एक्टिविटी ਲੋੜੀਂਦਾ ਸਮਾਨ ਹੈ ਟੈਸਟ ਟਿਊਬ, ਪਰਖ ਨਲੀ, ਡਾਇਲਿਊਟ ਸੋਡੀਅਮ ਹਾਈਡਰੋਕਸਾਈਡ ਸੋਲਿਊਸ਼ਨ, ਹਲਕੇ ਸੋਡੀਅਮ ਹਾਈਡਰੋਕਸਾਈਡ ਦਾ ਘੋਲ, ਕਾਪਰ ਸਲਫੇਟ ਸੋਲਿਊਸ਼ਨ ਯਾਨੀ ਕਾਪਰ ਸਲਫੇਟ ਦਾ ਘੋਲ, ਫੂਡ ਆਈਟਮ ਟੂ ਬੀ ਟੈਸਟਡ, ਭੋਜਨ ਪਦਾਰਥ ਜਿਸ ਦੀ ਪਰਖ ਕਰਨੀ ਹੈ ਜਿਵੇਂ ਕਿ ਦੁੱਧ। ਸੋ ਬੱਚੇ ਮਟੀਰੀਅਲ ਰਿਕੁਆਇਰਡ 'ਚ ਸਭ ਤੋਂ ਪਹਿਲੇ ਆਪਾਂ ਲਿਖਿਆ ਸੀ ਸੋਡੀਅਮ ਹਾਈਡਰੋਕਸਾਈਡ ਸੋਲਿਊਸ਼ਨ, ਅਤੇ ਉਹ ਆਪਾਂ ਕਿਹਦੀ ਬਣਾਉਣੀ ਹੈ ਸੋਡੀਅਮ ਹਾਈਡਰੋਕਸਾਈਡ ਪੈਲੇਟਸ ਸੇ ਲੈ ਕੇ ਪਾਣੀ ਵਿੱਚ ਘੋਲ ਕੇ ਇਹਦੀ ਸੋਲਿਊਸ਼ਨ ਬਣਾ ਲੈਣੀ ਹੈ। ਦੂਸਰੀ ਕਾਪਰ ਸਲਫੇਟ ਜਿਹੜਾ ਹੈ ਬਲੂ ਕਲਰ ਦਾ ਹੁੰਦਾ ਹੈ CuSO4.5 ਵਾਟਰ ਆਫ ਕ੍ਰਿਸਟਲਾਈਜੇਸ਼ਨ। ਇਹਨੂੰ ਵੀ ਪਾਣੀ ਦੇ ਵਿੱਚ ਘੋਲ ਕੇ ਅਸੀਂ ਸੋਲਿਊਸ਼ਨ ਬਣਾ ਲੈਣੀ ਹੈ। ਇਹ ਆਪਾਂ ਦੁੱਧ ਜਿਹੜਾ ਹੈ ਜਿਸ ਦੇ ਵਿੱਚ ਪ੍ਰੋਟੀਨ ਦੀ ਟੈਸਟ ਆਪਾਂ ਕਰਨਾ ਹੈ ਉਹ ਆਪਾਂ ਚਾਈਨਾ ਡਿਸ਼ 'ਚ ਪਾਇਆ ਹੋਇਆ ਹੈ। ਦਿਸ ਇਜ਼ ਟੈਸਟ ਟਿਊਬ ਜਾਂ ਪਰਖ ਨਲੀ ਜਿਸ ਨੂੰ ਆਪਾਂ ਕਹਿੰਦੇ ਹਾਂ ਪੰਜਾਬੀ ਦੇ ਵਿੱਚ। ਇਹ ਪਰਖ ਨਲੀ ਦਾ ਉਪਯੋਗ ਆਪਾਂ ਕਰਨਾ ਹੈ ਸੋਲਿਊਸ਼ਨਸ ਬਣਾਉਣ ਲਈ। ਪਰਖ ਨਲੀ ਜਿਹੜੀ ਹੈ ਇਹ ਕੱਚ ਦੀ ਹੁੰਦੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ। ਸੋ ਦਿਸ ਇਜ਼ ਟੈਸਟ ਟਿਊਬ। ਦਿਸ ਇਜ਼ ਡ੍ਰੌਪਰ। ਆਪਾਂ ਪਹਿਲੇ ਵੀ ਐਕਟੀਵਿਟੀਜ਼ 'ਚ ਯੂਜ਼ ਕੀਤਾ ਹੈ। ਡ੍ਰੌਪਰ ਜਿਹੜਾ ਹੈ ਉਸ ਨੂੰ ਆਪਾਂ ਸੋਲਿਊਸ਼ਨਸ ਨੂੰ ਇੱਕ ਟੈਸਟ ਟਿਊਬ 'ਚੋਂ ਦੂਸਰੀ ਟੈਸਟ ਟਿਊਬ 'ਚ ਪਾਉਣ ਲਈ ਵੀ ਵਰਤ ਸਕਦੇ ਹਾਂ। ਸੋ ਦਿਸ ਇਜ਼ ਡ੍ਰੌਪਰ। ਦਿਸ ਇਜ਼ ਟੈਸਟ ਟਿਊਬ ਹੋਲਡਰ ਜਿਹਦੇ ਨਾਲ ਆਪਾਂ ਟੈਸਟ ਟਿਊਬ ਨੂੰ ਫੜਨਾ ਹੁੰਦਾ ਹੈ। ਸੋ ਦਿਸ ਇਜ਼ ਟੈਸਟ ਟਿਊਬ ਹੋਲਡਰ। ਦੇਖੋ ਆਪਾਂ ਕਿੱਦਾਂ ਟੈਸਟ ਟਿਊਬ ਨੂੰ ਹੋਲਡ ਕਰਦੇ ਹਾਂ। ਜਦੋਂ ਟੈਸਟ ਟਿਊਬ ਜਿਹੜੀ ਆ ਉਸ ਦੇ ਨੈਕ ਦੇ ਉੱਤੇ ਇਸ ਹੋਲਡਰ ਨੂੰ ਲਗਾ ਕੇ ਇਸ ਨੂੰ ਇਸ ਤਰ੍ਹਾਂ ਹੋਲਡ ਕੀਤਾ ਜਾਂਦਾ ਹੈ। ਕਿਉਂਕਿ ਟੈਸਟ ਟਿਊਬ ਨੂੰ ਹੋਲਡ ਕਰਨ ਲਈ ਵਰਤਦੇ ਹਾਂ ਇਸ ਕਰਕੇ ਇਸ ਨੂੰ ਟੈਸਟ ਟਿਊਬ ਹੋਲਡਰ ਕਿਹਾ ਜਾਂਦਾ ਹੈ। ਆਪਾਂ ਦੁੱਧ ਪਾ ਲਿਆ ਹੈ ਟੈਸਟ ਟਿਊਬ ਦੇ ਵਿੱਚ। ਦੁੱਧ ਦੇਖੋ ਆਪਾਂ ਪਾਇਆ ਹੋਇਆ ਟੈਸਟ ਟਿਊਬ ਦੇ ਵਿੱਚ। ਇਹ ਸੋਡੀਅਮ ਹਾਈਡਰੋਕਸਾਈਡ ਸੋਲਿਊਸ਼ਨ ਦੂਸਰੀ ਟੈਸਟ ਟਿਊਬ 'ਚ ਬਣਾਈ ਸੀ ਉਹ ਇਹਦੇ ਵਿੱਚ ਮਿਕਸ ਕਰ ਦਾਂਗੇ। ਯੂ ਵਿਲ ਨੋਟਿਸ ਦ ਚੇਂਜ ਇਨ ਕਲਰ ਟੂ ਡਾਰਕ ਬਰਾਊਨ। ਦੇਖੋ ਥੋੜ੍ਹਾ ਜਿਹਾ ਡਾਰਕ ਬਰਾਊਨ ਜਾਂ ਔਰੇਂਜ ਜਿਹਾ ਕਲਰ ਆ ਰਿਹਾ ਹੈ। ਸੰਤਰੀ ਰੰਗ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਕੁਝ। ਹੁਣ ਇਹਦੇ ਵਿੱਚ ਆਪਾਂ ਕਾਪਰ ਸਲਫੇਟ ਦਾ ਘੋਲ ਜਿਹੜਾ ਨੀਲੇ ਰੰਗ ਦਾ ਸੀ ਉਹ ਮਿਕਸ ਕੀਤਾ ਅਤੇ ਪਰਪਲ ਕਲਰ ਦੇਖੋ ਯੂ ਵਿਲ ਨੋਟਿਸ ਦਾ ਪਰਪਲ ਕਲਰ ਜਾਮਨੀ ਜਾਂ ਬੈਂਗਨੀ ਰੰਗ ਜਿਹੜਾ ਹੈ ਉਹ ਤੁਹਾਨੂੰ ਨਜ਼ਰ ਆ ਰਿਹਾ ਹੈ। ਔਰ ਇਹ ਬੈਂਗਨੀ ਰੰਗ ਜਿਹੜਾ ਨਜ਼ਰ ਆ ਰਿਹਾ ਹੈ ਦਿਸ ਵਿਲ ਕਨਫਰਮ ਦਾ ਪ੍ਰੈਜ਼ੈਂਸ ਆਫ ਪ੍ਰੋਟੀਨਸ ਇਨ ਦਾ ਗਿਵਨ ਫੂਡ ਮਟੀਰੀਅਲ। ਅਤੇ ਇੱਥੋਂ ਪਤਾ ਲੱਗਦਾ ਹੈ ਕਿ ਜਿਹੜਾ ਅਸੀਂ ਦੁੱਧ ਲਿਆ ਸੀਗਾ ਉਸ ਦੇ ਵਿੱਚ ਪ੍ਰੋਟੀਨ ਜਿਹੜੀ ਹੈ ਪ੍ਰੈਜ਼ੈਂਟ ਹੈ। ਸੋ ਪ੍ਰੈਜ਼ੈਂਸ ਆਫ ਪਰਪਲ ਔਰ ਵਾਇਲਟ ਕਲਰ indicates the presence of proteins in the food material. ਸੋ ਬੱਚੇ ਇਸ ਤਰ੍ਹਾਂ ਆਪਾਂ ਪ੍ਰੋਟੀਨ ਦਾ ਟੈਸਟ ਜਿਹੜਾ ਹੈ ਕਰ ਸਕਦੇ ਹਾਂ। ਮਟੀਰੀਅਲ ਜਿਹੜਾ ਹੈ ਐਗ ਵੀ ਲੈ ਸਕਦੇ ਹਾਂ। ਹੋਰ ਜਿਹੜੇ ਵਿੱਚ ਦਾਲਾਂ ਹੈ ਉਬਲੀਆਂ ਹੋਈਆਂ ਦਾਲਾਂ ਦੇ ਵਿੱਚ ਇਹ ਟੈਸਟ ਕੀਤਾ ਜਾ ਸਕਦਾ ਹੈ। ਸੋ ਦਿਸ ਇਜ਼ ਦਾ ਟੈਸਟ ਫॉर ਪ੍ਰੋਟੀਨਸ। ਸੋ ਵਿਧੀ ਤੁਹਾਨੂੰ ਹੁਣ ਸਮਝ ਆ ਗਈ ਹੈ। ਪ੍ਰੋਸੀਜਰ ਟੇਕ 2 ਮਿਲੀਲੀਟਰ ਆਫ ਮਿਲਕ ਇਨ ਅ ਟੈਸਟ ਟਿਊਬ। 2 ਮਿਲੀਲੀਟਰ ਦੁੱਧ ਨੂੰ ਪਰਖ ਨਲੀ ਵਿੱਚ ਪਾਓ। ਐਡ ਏ ਲਿਟਲ ਆਫ ਡਾਇਲਿਊਟ ਸੋਡੀਅਮ ਹਾਈਡਰੋਕਸਾਈਡ ਸੋਲਿਊਸ਼ਨ। ਉਸ ਵਿੱਚ ਥੋੜ੍ਹਾ ਜਿਹਾ ਹਲਕਾ ਸੋਡੀਅਮ ਹਾਈਡਰੋਕਸਾਈਡ ਘੋਲ ਪਾਓ। ਦੈਨ ਐਡ 2 or 3 ਡ੍ਰੌਪਸ ਆਫ ਕਾਪਰ ਸਲਫੇਟ ਸੋਲਿਊਸ਼ਨ। ਫਿਰ ਉਸ ਵਿੱਚ 2 ਜਾਂ 3 ਬੂੰਦਾਂ ਕਾਪਰ ਸਲਫੇਟ ਦੀਆਂ ਘੋਲ ਦੀਆਂ ਪਾਓ ਐਂਡ ਸ਼ੇਕ ਦਾ ਟੈਸਟ ਟਿਊਬ ਅਤੇ ਪਰਖ ਨਲੀ ਨੂੰ ਹਿਲਾਓ। ਐਨਾਲਿਸਿਸ ਵਿਸ਼ਲੇਸ਼ਣ
A violet color appears in the solution. This shows that milk contains proteins. ਘੋਲ ਵਿੱਚ ਜਾਮਨੀ ਰੰਗ ਦਿਖਾਈ ਦੇਵੇਗਾ ਜੋ ਦਿਖਾਉਂਦਾ ਹੈ ਕਿ ਦੁੱਧ ਵਿੱਚ ਪ੍ਰੋਟੀਨ ਹੈ। Activity based questions. Name the chemicals used to test the presence of proteins in any food items. ਉਹਨਾਂ ਰਸਾਇਣਾਂ ਦੇ ਨਾਮ ਲਿਖੋ ਜੋ ਭੋਜਨ ਪਦਾਰਥ ਵਿੱਚ ਪ੍ਰੋਟੀਨ ਦੀ ਪਰਖ ਲਈ ਵਰਤੇ ਜਾਂਦੇ ਹਨ। ਆਨਸਰ ਇਜ਼ ਕਾਪਰ ਸਲਫੇਟ ਸੋਲਿਊਸ਼ਨ ਯਾਨੀ ਕਾਪਰ ਸਲਫੇਟ ਦਾ ਘੋਲ ਅਤੇ ਸੋਡੀਅਮ ਹਾਈਡਰੋਕਸਾਈਡ ਸੋਲਿਊਸ਼ਨ ਸੋਡੀਅਮ ਹਾਈਡਰੋਕਸਾਈਡ ਦਾ ਘੋਲ। ਨੇਮ 2 ਫੂਡ ਆਈਟਮਸ ਰਿਚ ਇਨ ਪ੍ਰੋਟੀਨ। 2 ਸਭ ਤੋਂ ਵੱਧ ਪ੍ਰੋਟੀਨ ਵਾਲੇ ਭੋਜਨ ਪਦਾਰਥਾਂ ਦੇ ਨਾਮ ਲਿਖੋ। ਸੋਇਆਬੀਨ, ਪਲਸਿਸ ਯਾਨੀ ਦਾਲਾਂ, ਐਗ यानी अंडा। Next activity is to test the presence of fats in any food item. ਭੋਜਨ ਪਦਾਰਥ ਵਿੱਚ ਚਰਬੀ ਦੀ ਪਰਖ ਕਰਨਾ। Material required for this activity: paper ਕਾਗਜ਼, food item to be tested, ਭੋਜਨ ਪਦਾਰਥ ਜਿਸ ਦੀ ਪਰਖ ਕਰਨੀ ਹੈ। Procedure: rub the food item on the paper. ਭੋਜਨ ਪਦਾਰਥ ਨੂੰ ਕਾਗਜ਼ 'ਤੇ ਰਗੜੋ। Analysis: ਵਿਸ਼ਲੇਸ਼ਣ ਕੀ ਹੈ? Paper becomes translucent. ਕਾਗਜ਼ ਅਲਪ ਪਾਰਦਰਸ਼ੀ ਹੋ ਜਾਵੇਗਾ। ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਵੀ ਰਹੇ ਹੋ, ਇਸ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ ਪਕੌੜਾ ਰੱਖਿਆ ਹੋਇਆ, ਉਹ ਟਰਾਂਸਲੂਸੈਂਟ ਹੋ ਗਿਆ ਪੇਜ। Now we will do the activity to test the presence of fats. Material required: this is paper, कागज़ लेना है ਆਪਾਂ, dry fruit ਦੇ ਵਿੱਚ ਆਪਾਂ ਬਦਾਮ, ਕਾਜੂ, ਮੂੰਗਫਲੀ ਵੀ ਲੈ ਸਕਦੇ ਹਾਂ। ਔਰ ਬਟਰ ਦੇ ਵਿੱਚ ਸਾਨੂੰ ਪਤਾ ਹੈ ਕਿ ਬਹੁਤ ਸਾਰੀ ਫੈਟਸ ਹੁੰਦੀ ਹੈ। ਸੋ ਦਿਸ ਇਜ਼ ਦਾ ਮਟੀਰੀਅਲ ਰਿਕੁਆਇਰਡ ਫॉर ਫੈਟਸ। ਫਸਟ ਆਫ ਆਲ ਆਪਾਂ ਇੱਕ ਕਾਗਜ਼ ਲੈਣਾ ਹੈ, ਪੇਪਰ, ਔਰ ਕ੍ਰਸ਼ ਕੀਤਾ ਹੋਇਆ ਡਰਾਈ ਫਰੂਟ ਜਿਹੜਾ ਹੈ ਉਹਦੇ ਉੱਤੇ ਥੋੜ੍ਹਾ ਜਿਹਾ ਮਸਲਣਾ ਹੈ। ਸੀਡਸ ਵੀ ਆਪਾਂ ਲੈ ਸਕਦੇ ਹਾਂ ਕਿਉਂਕਿ ਸੀਡਸ ਦੇ ਵਿੱਚੋਂ ਵੀ ਆਇਲ ਨਿਕਲਦਾ ਹੈ, ਉਹਨਾਂ 'ਚ ਵੀ ਫੈਟਸ ਹੁੰਦੀ ਹੈ। ਸੋ ਦੇਖੋ ਥੋੜ੍ਹੀ ਦੇਰ ਇੱਦਾਂ ਕ੍ਰਸ਼ ਕਰਕੇ ਆਪਾਂ ਉਹਨਾਂ ਨੂੰ ਥੋੜ੍ਹਾ ਜਿਹਾ ਪੇਪਰ 'ਤੇ ਰਗੜਨਾ ਹੈ ਔਰ ਦੇਖੋਗੇ पेपर बिकम्स ट्रांसल्यूसेंट यानी अल्प पारदर्शी हो गया है, यानी लाइट कैन पास पार्शली थ्रू इट। लाइट जिहड़ी है आर पार हो जाएगी। हुण असी बटर लेना है। बटर दे विच फैट्स हुंदी है। थोड़ा जिहा असी पीस जिहड़ा है बटर दा लैके वो भी कागज़ दे उत्ते रगड़ांगे। देखो ये कागज़ दे उपर आपां बटर लगावांगे तो कागज़ जिहड़ा है पेपर बिकम्स ट्रांसल्यूसेंट, वो ट्रांसल्यूसेंट हो जाएगा। कई बार आपां खाना खांदे खांदे किसी पेपर नूं हथ ला देंदे हां तो वो भी ट्रांसल्यूसेंट जिहा हो जाता है, अल्प पारदर्शी हो जाता है। आ देखो जिहड़ा पेपर है वो ट्रांसल्यूसेंट हो गया। इसदा मतलब है कि गिवन फूड मटीरियल कंटेन्स फैट्स इन इट, इहदे विच चर्बी हुंदी है। Questions based on activity. When we rub cashew on paper, why does paper becomes translucent? ਜਦੋਂ ਕਾਜੂ ਨੂੰ ਕਾਗਜ਼ 'ਤੇ ਰਗੜਿਆ ਜਾਂਦਾ ਹੈ ਤਾਂ ਕਾਗਜ਼ ਅਲਪ ਪਾਰਦਰਸ਼ੀ ਕਿਉਂ ਹੋ ਜਾਂਦਾ ਹੈ? Fats present in cashew make paper translucent. ਕਾਜੂ ਵਿਚਲੀ ਚਰਬੀ ਕਾਗਜ਼ ਨੂੰ ਅਲਪ ਪਾਰਦਰਸ਼ੀ ਬਣਾ ਦਿੰਦੀ ਹੈ। Name 2 food items rich in fats.
ਵੱਧ ਚਰਬੀ ਵਾਲੇ 2 ਭੋਜਨ ਪਦਾਰਥਾਂ ਦੇ ਨਾਮ ਲਿਖੋ। ਬਟਰ ਮੱਖਣ, ਵੈਜੀਟੇਬਲ ਆਇਲ यानी वनस्पति तेल, ड्राई फ्रूट्स यानी सुक्के मेवे। बच्चे मैनू उम्मीद है कि तुहानू टेस्ट ऑफ फैट्स एंड टेस्ट फॉर प्रोटीन्स दोनों ही बहुत चंगी तरह समझ आ गए होंगे। थैंक यू।